श्री वाहिगुरु जी। सतनाम। श्री वाहिगुरु। फिरत फिरत प्रभ आया, परया तो शरण आए। नानक की प्रभ बेनती, अपनी भगति लाए। मूक उचरै शास्त्र खट, पिंग गिरन चढ़ जाए। अंध लखै बदरो सुनै, ज्यों काल कृपा कराए। ऐसो एहो संसार, पेखना रहन न को पई है रे। सूदे सूदे रेग चलो, तुम न तर्क धक्का दवई है रे। बारे बूढ़े तरुणा भई है, सब हूँ जम ले जई है रे। मानस बपुरा मूसा कीनो, मीच बलैया खई है रे। धनवंतार निर्धन मनई, ताकि कछु न कानी रे। धनवंतार निर्धन मनई, ताकि कछु न कानी रे। राजा प्रजा सम कर मारै, ऐसो काल बड़ानी रे। रहन न पावै सुर नर देवा, उठ सुधारे कर मुनि जन सेवा। जीवत पेखे जिनी हर हर ध्याया, साध संग तिनी दर्शन पाया। हर जस रे मना गाए लै, हर जस रे मना गाए लै। जो संगी है तेरो, अवसर बीत्यो जात है।
कहयो मान ले मेरो। प्यारे जो संगी है तेरो, हर जस गाए ले मना। प्यारे जो संगी है तेरो, हर जस गाए ले मना। प्यारे जो संगी है तेरो, हर जस गाए ले बना। जो संगी है तेरो, हर जस गाए ले मना। प्यारे जो संगी है, गाए ले मना। हर जस गाए ले मना। गाए ले मना। हर जस गाए ले मना। हर जस गाए ले मना। गाए ले मना। हर जस गाए ले मना। गाए ले मना। हर जस गाए ले मना। हर जस गाए ले मना। गाए ले मना। हर जस गाए ले मना। गाए ले मना। हर जस गाए ले मना। प्यारे जो संगी है तेरो, हर जस गाए ले मना। जो संगी है तेरो, हर जस गाए ले मना। हर जस रे मन गाए ले। जो संगी है तेरो, अवसर बीते जात है।
अवसर बीत्यो जात है, कहो मान ले मेरो, संपत रस तन राज स्यों। संपत रस तन राज स्यों, अतने हो लगायो, काल फास जब गल परे। काल फास जब गल परी, सब भयो परायो, जान बूझ के बाबरे। जान बूझ के बाबरे, तै काज बिगाड़ियो, पाप करत सुख जो नहीं। पाप करत सुख जो नहीं, नह घर बनवारियो, यह वेद गोरी उपदेसिया। जेह वेद गुर उपदेसिया, सो सुन रे पाई, नानक कहत पुकार कै। नानक कहत पुकार कै, गहो प्रभु सरनाई। नानक कहत पुकार कै, जुगो जुग अटल। तन तन श्री गुरु ग्रंथ साहिब सच्चे पातशाह महाराज दी पावन ਅਤੇ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ दूर नेड़ियों रिश्तेदार सखी संबंधी नगर निवासी संगतां अज स्वर्गवासी सरदार जसवीर सिंह जी उन्हां दी अंतिम अरदास विच शामिल होने वास्ते
ਸਮੂਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਅਤੇ ਸਤਿਗੁਰ ਦੇ ਚਰਨਾਂ ਵਿੱਚ ਉਸ ਵਿਛੜੀ ਹੋਈ ਰੂਹ ਲਈ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਨ ਵਾਸਤੇ ਸਾਰੇ ਇਕੱਤਰ ਹੋਏ ਆ। ਆਪ ਜੀ ਨੇ ਗੁਰਬਾਣੀ ਦਾ ਸ਼ਬਦ ਸਰਵਣ ਕੀਤਾ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਐ ਮਨ, ਤੂੰ ਉਸ ਹਰੀ ਦਾ ਜਸ ਗਾਉਣਾ ਕਰ, ਉਸ ਪਰਮਾਤਮਾ ਦੇ ਗੁਣ ਗਾਉਣੇ ਕਰ, ਜਿਹੜਾ ਤੇਰਾ ਸੰਗੀ ਹੈ, ਤੇਰਾ ਸਾਥੀ ਹੈ, ਜਿਹੜਾ ਤੇਰੇ ਜੀਵਨ ਦਾ ਅਸਲੀ ਸਹਾਰਾ ਹੈ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਬੜੀ ਵੱਡੀ ਗੱਲ ਕਹੀ ਹੈ ਨੌਵੇਂ ਪਾਤਸ਼ਾਹ ਮਹਾਰਾਜ ਨੇ। ਇਹਦਾ ਮਤਲਬ ਜਿਹੜੇ ਸੰਸਾਰ ਦੇ ਸਾਡੇ ਰਿਸ਼ਤੇ ਆ ਜਾਂ ਸੰਗ ਸਾਥ ਨੇ ਸਾਡੇ, ਇਹ ਐਵੇਂ ਹੀ ਨੇ, ਇਹ ਸਾਡੇ ਸੰਗੀ ਸਾਥੀ ਨਹੀਂ। ਸਤਿਗੁਰੂ ਕਹਿੰਦੇ ਇਹ ਸਰੀਰ ਦੇ ਸੰਗੀ ਸਾਥੀ ਆ, ਇਹ ਸੁੱਖਾਂ ਦੇ ਸੰਗੀ ਸਾਥੀ ਆ। ਆਖੋ ਸਤਿਨਾਮ ਵਾਹਿਗੁਰੂ ਜੀ। ਜਿੰਨਾ ਚਿਰ ਸਰੀਰ ਹੈ ਸਾਰੇ ਰਿਸ਼ਤੇ ਨੇ ਗੁਰਮੁਖੋ, ਜਦੋਂ ਸਰੀਰ ਨਹੀਂ ਫਿਰ ਦੁਨੀਆ ਦੇ ਤਮਾਮ ਰਿਸ਼ਤੇ ਖਤਮ ਹੋ ਜਾਂਦੇ ਨੇ। ਸਾਡੇ ਰਿਸ਼ਤੇ ਨੇ, ਧੀਆਂ ਪੁੱਤਰ ਨੇ, ਭੈਣ ਭਾਈ ਨੇ, ਪਰਿਵਾਰ ਹੈ, ਸਖੀ ਸੰਬੰਧੀ ਸਭ ਹੈ, ਪਰ ਉਹ ਸਾਡੇ ਸਰੀਰ ਤਿੱਕਰ ਸਾਡੇ ਨਾਲ ਹੈ। ਗੁਰੂ ਦਾ ਜਿਹੜਾ ਰਿਸ਼ਤਾ ਹੈ, ਇਹ ਸਰੀਰ ਛੱਡ ਜਾਾਂਗੇ ਜਦੋਂ, ਤੇ ਦੁਨੀਆ ਉਦੋਂ ਹੱਥ ਖੜੇ ਕਰਕੇ ਪਾਸੇ ਹੋ ਕੇ ਖੜ ਜਾਊਗੀ ਵੀ ਹੁਣ ਸਾਡਾ ਕੋਈ ਵਸ ਨਹੀਂ, ਸਾਡਾ ਕੋਈ ਵਾਹ ਵਾਸਤਾ ਨਹੀਂ, ਸਾਡਾ ਕੋਈ ਜ਼ੋਰ ਨਹੀਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਉਦੋਂ ਵੀ ਰਿਸ਼ਤਾ ਨਿਭਾਉਂਦਾ ਹੈ। ਆਖੋ ਸਤਿਨਾਮ। ਗੁਰੂ ਉਦੋਂ ਵੀ ਸਾਥ ਦਿੰਦਾ ਹੈ। ਇਸ ਕਰਕੇ ਉਹ ਰਿਸ਼ਤਾ ਜਿਹੜਾ ਜਿਉਂਦੇ ਜੀ ਵੀ ਨਿਭ ਜਾਏ, ਤੇ ਜਿੱਦਣ ਸਰੀਰ ਕਰਕੇ ਛੱਡ ਕਰਕੇ ਸੰਸਾਰ ਤੋਂ ਜਾਈਏ ਤੇ ਉਦਣ ਵੀ ਸਾਡੇ ਨਾਲ ਖੜਾ ਹੋਵੇ, ਉਹ ਰਿਸ਼ਤਾ ਕੋਈ ਦੁਨੀਆ ਵਿੱਚ ਤਾਂ ਹੈ ਨਹੀਂ ਫਿਰ ਇਹੋ ਜਿਹਾ। ਉਹ ਤਾਂ ਕੇਵਲ ਰਿਸ਼ਤਾ ਗੁਰੂ ਦਾ ਹੈ। ਗੁਰਮੁਖੋ ਜਿਹੜਾ ਰਿਸ਼ਤਾ ਮਰਨ ਤੋਂ ਬਾਅਦ ਵੀ ਸਾਡੇ ਨਾਲ ਖੜਾ ਸਾਥ ਨਿਭਾਏਗਾ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਆ, ਦੁਨੀਆ ਦੇ ਲੋਕੋ, ਜਿਸ ਸੰਸਾਰ ਨੂੰ, ਜਿਸ ਦੁਨੀਆ ਨੂੰ ਸੱਚ ਮੰਨ ਕਰਕੇ ਉਸ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਇਸ ਦੁਨੀਆ ਦੇ ਰੰਗ ਰੌਣਕਾਂ ਵਿੱਚ ਖੱਜ ਧੋ ਕੇ ਜ਼ਿੰਦਗੀ ਬਤੀਤ ਕਰਦੇ ਪਏ ਹੋ, ਯਾਦ ਰੱਖਿਓ ਇੱਥੇ ਬੜੇ ਵੱਡੇ ਵੱਡੇ ਆਏ। ਸਤਿਗੁਰੂ ਪਾਤਸ਼ਾਹ ਕਹਿੰਦੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਸਾਰਾ ਸੰਸਾਰ, ਸਾਰੀ ਦੁਨੀਆ ਹੀ ਕੂੜ ਹੈ, ਝੂਠ ਹੈ। ਰਾਜਾ ਪਰਜਾ ਸਭ ਝੂਠ ਹੈ। ਮਹਾਰਾਜ ਜਦੋਂ ਇਸ ਦੁਨੀਆ ਦੇ ਵਿੱਚ ਉਤਰਦੇ ਹਾਂ ਤੇ ਇਉਂ ਲੱਗਦਾ ਸਭ ਕੁਛ ਇੱਥੇ ਹੀ ਹੈ, ਪਰ ਸਤਿਗੁਰ ਕਹਿੰਦੇ ਤਾਂ ਉਨਾ ਚਿਰ ਹੈ ਨਾ ਜਿੰਨਾ ਚਿਰ ਅੱਖਾਂ ਖੁੱਲ੍ਹੀਆਂ ਨੇ, ਫਿਰ ਨਹੀਂ। ਵੱਡੇ ਵੱਡੇ ਰਾਜੇ ਮਹਾਰਾਜੇ ਜਿਨ੍ਹਾਂ ਦੇ ਅੱਜ ਵੀ ਵੱਡੇ ਵੱਡੇ ਮਹੱਲ ਪਏ ਹਨ, ਕੋਈ ਕਹਿੰਦਾ ਜੀ ਇਹ 500 ਸਾਲ ਪੁਰਾਣਾ ਪਿਆ ਮਹਿਲ। ਇੱਕ ਕੱਲ੍ਹ ਵਿਖਾ ਰਹੇ ਸੀ, ਕਹਿੰਦੇ 1700 ਸਾਲ ਪੁਰਾਣਾ ਹੈ, ਤੇ ਪਤਾ ਨਹੀਂ ਕਿੰਨਿਆਂ ਕੀ ਰਾਜਿਆਂ ਨੇ ਚੜ੍ਹਾਈ ਕੀਤੀ, ਕਬਜ਼ੇ ਕਰਕੇ ਇਹਨੂੰ ਜਿੱਤਿਆ। ਤੇ ਪਰ 10ਵੇਂ ਪਾਤਸ਼ਾਹ ਕਹਿੰਦੇ ਜੀਤ ਫਿਰੇ ਸਭ ਦੇਸ ਦਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੂੰਜਤ ਗੂੜ ਗੁਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ।
दुनिया नूं जितण वाले बड़े बड़े महलों के मालक, फौजां की कोई कमी नहीं, चार सफेरे फौजां। भगत नामदेव जी कहते इतनी वड्डी फौज सी कौरवां दी कि जिधर दुनिया वेंदी सी उधर ही फौज फौज नज़र आउंदी सी। महाभारत के युद्ध विच बादशाहां की गल करिए, जिन्हां नूं ये गल कही है कि 12 जोजन छतर चलै था देही गिरजन खाई। कहते 12 जोजन छतर भाव कि उन्हां दी फौजां दा खलारा पसारा। एक जोजन जिहड़ा 4 कोह दा मन्निया ते 12 चौका 48 कोह तिकर जिन्हां दियां फौजां दा खलारा पसारा जंग दे मैदान विच। एहो जे जीत फिरे सब देश दसान को, बाजत ढोल मृदंग नगारे। एडे एडे बादशाह इस दुनिया ते गुरमुख आए, पर सच ये है कि जिदन जान लगे ना तो वह 48 कोह तिकर खलारे वालियां फौजां दिखियां, हमेशा नाल रहन वाले अंग रक्षक दिखे। इत्थों तिकर के जेड़े शरीर का मान पे करते रहे सारी जिंदगी, वो शरीर भी कहता हुण तेरा साथ नहीं दिंदा। आखो सतनाम। जेड़े शरीर दे बल ते, जेड़े शरीर दे जोर ते एडे एडे राजियां दे राज खो लै जांदे सन, जो समा आया ना वो शरीर भी साथ छड्ड गया। होर ते छड्डो। आओ सारिया विचारां तो पहला पाइए फतेह दी सांझ। सारे आखो जी वाहिगुरू जी का खालसा वाहिगुरू जी की फतेह। तां करके 9वें पातशाह महाराज कहते ने भी इदों वड्डा तां कोई हो नहीं सकता ना, जिन्हां दियां फौजां, जिन्हां दे बड़े बड़े महल, धन दौलत, किसी गल की कमी कोई नहीं। ते गुरमुखो जदन संसार तो गए तो कोई नाल नहीं सी, कल्ले आए सी, कल्ले चले जाना सी। तां करके महाराज कहते ने तू उस परमात्मा नूं संगी बना, ओनू साथी बना, ओनू मित्र बना अपना। हर जस रे मना गायल, जो संगी है तेरो अवसर बीत्यो जात है। कहे ओ मान लै मेरो, तेरा समा बीतता जा रहा है। अवसर कहते ने उम्र नूं। तू हुण मेरी गल मन, तू उस रब दे नाल नेड़ता बना, उहदे नाल प्यार बना अपना। उन्ना चिर टका नहीं है, उन्ना चिर आनंद नहीं आएगा, शांति नहीं आएगी। बंदा बेशक कहता भी कुछ खा के पदार्थ छक लिया, मन भाउंदा आनंद आ गया, पर थोड़े चिर बाद वो आनंद खत्म हो जाता है, थोड़े चिर बाद वो आनंद खराब हो जाता है। फिर लोड़ पैंदी है हर पदार्थ चिर बाद फिर सानू भुख लगती है। वही राज मिल जाए, राज पा के बंदा कहे कि मैं प्रसन्न हाँ, पर नहीं, एक बारी तो 4 दिन तो प्रसन्नता रहिंदी है, फिर भुख लगती है। होर केड़ी कि हुण दूजी स्टेट वाला राज भी अपने कोले आ जाए, वो राजे नूं भी जित लईए, उहनूं भी डेग लईए थल्ले, उधर भी कब्जा कर लईए, लोकां दीयां जमीनां हड़प लईए। भुख जांदी अज समा जिहड़ा बनिया होया, जरौला पिया होया जिहड़ा, ये वो राजियां दी भुख दा ही रौला है। सब कुछ हुंदियां भी, दुनिया दे अमीर होके भी, पूरी दुनिया दे विचों जिहड़े गिणती दे अमीरां विच गिणे जांदे ने, वो अज गरीबां दियां छोटियां जमीनां नूं भी खोण लई बैठे ने। क्यों? हजे भुख गई नहीं। आखो सतनाम। जानी भी नहीं गी। भुखिया भुख ना उतरी जे बन्ना पुरियां भार, ये उतरन वाली नहीं। मन की भुख कदे उतरदी नहीं। इस करके सच्चे पातशाह कहते अवसर बीत्यो जात है, कहे ओ मान लै मेरो।
तेरी उम्र जिहड़ी आ बीतदी जा रही है ते तू गुरु की गल नूं सुन सुन के मन। क्यों? क्योंकि जो समा लंघ गया फिर हथ नहीं आना वेला। हुण असीं इस संसार नूं कूड़ नूं सच मन के इहदे नाल जुड़े होए आ। मैं बेनती कर रहा सी, कूड़ राजा कूड़ परजा कूड़ सब संसार, कूड़ मंडप कूड़ माड़ी कूड़ बैसनहार, बड़े बड़े महल मंडप माड़ियाँ कोठियाँ बंगले। सतगुरु कहते कूड़ है, मिट्टी है, कुछ नहीं। बहन वाला भी कूड़ है, बहन वाला पहला कूड़ मिट्टी बन जाना, मकान ने कुछ साल बाद मिट्टी बन जाना मिट्टी है ना। कूड़ मंडप कूड़ माड़ी कूड़ बैसनहार, कूड़ सोयना कूड़ रूपा कूड़ पहनन हार। ये शरीर है, ये रूप है, रंग है, दौलत है, ये सब सतगुर कहते कूड़। कूड़ काया कूड़ कपड़ कूड़ रूप अपार। ये शरीर भी झूठा है, कूड़ है, ये रूप भी कूड़ है, सोना भी कूड़ है, चांदी भी कूड़ है, पदार्थ सब कूड़ ने, गहने सब कूड़ ने। सतगुरु कहते ਜਿਹੜੇ शरीर ਨੂੰ ਇਹਨਾਂ ਨਾਲ ਸ਼ਿੰਗਾਰਦਾ ਸੱਚ ਵਿੱਚ ਇਹ ਵੀ ਕੂੜ ਹੀ ਹੈ। ਆਖੋ ਸਤਨਾਮ। ਇਹ ਅੱਜ ਨਹੀਂ, ਜਦੋਂ ਇਹ ਸਾਡੇ ਕੋਲੋਂ ਖਿਸਕਦਾ ਨਾ ਉਦੋਂ ਫਿਰ ਬੰਦਾ ਕਹਿੰਦਾ ਵੀ ਸੱਚ ਵਿੱਚ ਇਹ ਕੂੜ ਹੈ, ਸੱਚ ਵਿੱਚ ਇਹਨੂੰ ਛੱਡਣਾ ਪੈ ਰਿਹਾ। ਤੇ ਛੱਡਦਾ ਜਾ ਰਿਹਾ ਸਾਨੂੰ। ਵੈਸੇ ਵੀ ਸਰੀਰ ਸਾਨੂੰ ਛੱਡਦਾ ਜਾਂਦਾ ਹੌਲੀ ਹੌਲੀ। ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਜਾਂਦੀ ਹੈ ਨਾ ਸਰੀਰ ਦੀ, ਉਵੇਂ ਉਵੇਂ ਸਰੀਰ ਸਾਨੂੰ ਛੱਡਦਾ ਜਾਂਦਾ ਹੈ। ਅੱਖਾਂ ਨਿਗਾਹ ਘਟ ਜਾਂਦੀ ਹੈ, ਛੱਡ ਰਹੀਆਂ ਸਾਥ। ਸੁਣਨ ਉੱਚਾ ਲੱਗ ਜਾਂਦਾ, ਛੱਡ ਰਹੇ ਹੈ ਸਾਥ ਕੰਨ। ਦੰਦ ਜੜਾ ਨਿਕਲ ਗਏ, ਛੱਡ ਗਏ ਸਾਥ। ਸਰੀਰ ਦੁਖਣਾ ਸ਼ੁਰੂ ਹੋ ਜਾਂਦਾ, ਅੰਗ ਸਾਕ ਜਿਹੜੇ ਗੋਡੇ ਮੋਢੇ, ਕਹਿੰਦਾ ਹੁਣ ਤੁਰਿਆ ਨਹੀਂ ਜਾਂਦਾ। ਸਰੀਰ ਤਾਂ ਤੈਨੂੰ ਵਾਰ-ਵਾਰ ਤੈਨੂੰ ਮੈਸੇਜ ਦੇ ਰਿਹਾ ਕਿ ਇਹਨੂੰ ਛੱਡਣਾ ਪਏਗਾ, ਇਹਨੇ ਇੱਕ ਦਿਨ ਇੱਥੇ ਰਹਿਣਾ, ਤੂੰ ਆਪਣੀ ਤਿਆਰੀ ਕਰ। पर बंदा किते ना किते अवेसलेपन अज्ञानता बस कुछ होर सोचता है, कुछ होर उम्र की आस करता है। सतगुरु पातशाह कहते नहीं, ਇਹਦਾ ਤਾਂ पता ही कोई नहीं। क्या बसासा इस भांडे का इतनक लागे। ये भांडे शरीर रूपी भांडे का की पता, थोड़ी जी चोट लगी इन्हें फुटक जाना। आखो सतनाम। क्या बसासा इस भांडे का, है कोई भरोसा ਇਹਦਾ? चंगे भले बंदे पता ही नहीं लगता की गल बन गई, बैठे बैठे शरीर छड्ड के गुरमुखो। एक बजुर्ग है, मनते हैं उम्र दे तक ना हो जाता है 70 80 85 90 100 साल। जेड़ा एक जवान है कोई 40 45 50 साल है, बैठे बैठे कुर्सियां ते बैठे बैठे लोग शरीर छड्ड के। तां महाराज कहते ने क्या बसासा, कोई भरोसा है इसका? कोई भरोसा नहीं भाई। इस भांडे का, इस शरीर रूपी बर्तन का कोई भरोसा नहीं, साडा कदों साथ छड्ड दे। की पता है शरीर रूपी भांडे दा, कदों इहने फुट जावना। पता है शरीर रूपी भांडे दा, कदों इहने फुट जावना। कदों इहने फुट जावना। भांडे दा कदों इहने फुट जावना। पता है शरीर रूपी भांडे दा
ਜਾਵਣਾ। ਕਦੋਂ ਇਹਨੇ ਜੀ ਫੁੱਟ ਜਾਵਣਾ, ਕਦੋਂ ਇਹਨੇ ਜੀ ਫੁੱਟ ਜਾਵਣਾ। ਫੁੱਟ ਜਾਵਣਾ। ਕਦੋਂ ਇਹਨੇ ਜੀ ਫੁੱਟ ਜਾਵਣਾ, ਕਦੋਂ ਇਹਨੇ ਜੀ ਫੁੱਟ ਜਾਵਣਾ। ਫੁੱਟ ਜਾਵਣਾ। ਕਦੋਂ ਇਹਨੇ ਜੀ ਕੀ ਪਤਾ ਹੈ ਸਰੀਰ ਰੂਪੀ ਭਾਂਡੇ ਦਾ, ਕੀ ਪਤਾ ਹੈ ਸਰੀਰ ਰੂਪੀ ਭਾਂਡੇ ਦਾ। क्या विसासा इस भांडे का, की भरोसा इस शरीर दा भाई। इतनक लागे ठणका, कदों इन्हें फुट जाना, कदों कोई बहाना बन जाना थोड़ा जिहा। तां करके पातशाह कहते ने अवसर बीत्यो जात है, समा ते लंघदा जा रहा, दिन ते पहर पहर ते घड़ियां, आप घटै तन सीजै, काल अहेरी फिरै बदक ज्यों, कहो कवन बिद कीजै। काल तां तेरे आले दाले इउं फिरदा महाराज कहंदे जिवें शिकार नूं पकड़न लई शिकारी फिरदा हुंदा। मौत इन्नी नेड़े, इस करके काल अहेरी फिरै बदक ज्यों, कहो कवन बिद कीजै। 100 दिन आवन लगा, वो समा नेड़े आ रहा है। किहड़ा समा? जिहड़ा समा जन्म तो पहला तेरे नाल पक्का हो गया सी, एग्रीमेंट हो गया सी, निश्चित किया गया सी, मरण लिखाए मंडल में आए। 100 दिन आवन लगा। पातशाह कहंदे वो दिन आ रहे नेड़े, वो समा अंत दा साडे नेड़े आ रहा। जिद्दण दा जन्म होया उदण दे हर कदम हर सवास दे राही असी मौत दे करीब जा रहे हैं। गुरमुखो, बचपन तो जवानी आ रही, जवानी तो हम बुढ़ेपे वाल चल पैंदा है। बाल जवानी और बिरध फुन, 3 अवस्था 3 अवस्था साडे शरीर ते आउंदियां, बचपना जवानी ते बुढ़ेपा। पातशाह कहंदे नाम तो बिना तिन्ने व्यर्थ ने, पर जेकर तिन्ना चों पहली बेनती करांगा कि ये आस ना रखो कि बुढ़ेपा आएगा, ये ना आस रखो कि बचपना ते जवानी आएगी। वाहिगुरु दे रंगा दा नहीं पता गुरमुखो।
ਇਹਨੂੰ ਥੋੜਾ ਜਿਹਾ ਇੱਧਰ ਨੂੰ ਕਰ ਲਓ, ਉਹਦੇ ਸਾਹਮਣੇ ਕਰਕੇ ਕਰਦਾ। ਸਤਿਗੁਰੂ ਕਹਿੰਦੇ ਭਰੋਸਾ ਨਹੀਂ ਕਿ ਜਵਾਨੀ ਆ ਤੇ ਬੁਢੇਪਾ ਆਏਗਾ। ਠੀਕ ਆ, ਆਸ ਰੱਖ ਕੇ ਜ਼ਿੰਦਗੀ ਸਾਰੇ ਜਿਉਣੇ ਆ। ਆਸ ਤੇ ਜਿੰਨਾ ਚਿਰ ਜਿਉਂਦੇ ਆ ਹੈਗੀ ਆ ਸਭ ਨੂੰ ਸਾਨੂੰ, ਪਰ ਸਤਿਗੁਰੂ ਕਹਿੰਦੇ ਸੁਚੇਤ ਰਹਿ ਕੇ ਜ਼ਿੰਦਗੀ ਜਿਉਈ। ਜਿਹੜੇ ਬੰਦੇ ਸੁਚੇਤ ਹੋ ਕੇ ਗੱਡੀ ਚਲਾਉਂਦੇ ਨੇ ਉਹ ਨੁਕਸਾਨ ਤੋਂ ਹਮੇਸ਼ਾ ਬਚਦੇ ਨੇ। ਜੇ ਵੇਸਲੇ ਹੋ ਜਾਈਏ ਫਿਰ ਨੁਕਸਾਨ ਹੁੰਦਾ ਹੈ। ਕੋਈ ਵੀ ਕੰਮ ਹੈ ਜੇ ਸੁਚੇਤ ਰਹਿ ਕੇ ਕਰਦੇ ਆ ਤੇ ਬੜਾ ਫਾਇਦਾ ਉਹਦਾ। ਸਤਿਗੁਰੂ ਕਹਿੰਦੇ ਜ਼ਿੰਦਗੀ ਵੀ ਜਿਉਂ, ਆਸ ਤੋਂ ਬਿਨਾਂ ਤਾਂ ਨਹੀਂ ਜਿਉਈ ਜਾਣੀ ਬੇਸ਼ੱਕ, ਪਰ ਸੁਚੇਤ ਰਹਿ ਕੇ ਜਿਉਈ। ਜਦੋਂ ਸੁਚੇਤ ਹੋਏਗਾ ਤੇ ਫਿਰ ਕੀ ਹੋਏਗਾ, ਜੀਵਨ ਦੇ ਵਿੱਚ ਨਾਮ ਆ ਜਾਏਗਾ। ਸੁਚੇਤ ਹੈ ਨਾ, ਬਾਣੀ ਆਏਗੀ, ਰੱਬ ਦਾ ਭੈ ਤੇਰੇ ਅੰਦਰ ਬੈਠੇਗਾ। ਫਿਰ ਜਦੋਂ ਭੈ ਆ ਫਿਰ ਪਾਪ ਨਹੀਂ ਕਮਾਉਂਦਾ, ਜਦੋਂ ਭੈ ਨਹੀਂ ਫਿਰ ਪਾਪ ਕਮਾਉਂਦਾ। ਜਦੋਂ ਬੰਦਾ ਪਾਪ ਹੀ ਉਦੋਂ ਕਰਦਾ ਵੀ ਮੈਨੂੰ ਕਿਹੜਾ ਕੋਈ ਵੇਂਹਦਾ, ਫਿਰ ਉਦੋਂ ਪਾਪ ਕਮਾਉਂਦਾ ਹੈ, ਪਰ ਉਹ ਤੇ ਹਮੇਸ਼ਾ ਹੀ ਵੇਂਹਦਾ। ਇਹ ਭੈ ਅੰਦਰ ਜਦੋਂ ਆ ਗਈ, ਵੇਖਣਾ ਤੂੰ ਤਾਂ ਵੇਖਣਾ, ਦੁਨੀਆ ਨਹੀਂ ਵੇਂਹਦੀ, ਫਿਰ ਪਾਪ ਨਹੀਂ ਕਮਾਉਂਦਾ। ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ, ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ। ਉਹ ਕਿਹੜਾ ਕੋਈ ਵੇਂਹਦਾ। ਸੰਨੀ ਦੇਣ ਵਿਖਮ ਥਾਏ ਮਿੱਠਾ ਮਧ ਮਾਣੀ, ਯਾਦ ਰੱਖੀ ਕਰਮੀ ਆਪੋ ਆਪਣੀ ਆਪੇ, ਅਜਰਾਇਲ ਫਰੇਸ਼ਤਾ ਤਿਲ ਪੀੜੈ ਕਹਾਣੀ। ਕਹਿੰਦੇ ਧਰਮ ਰਾਜੇ ਨੇ ਇਉਂ ਪੀੜ ਦੇਣਾ ਜਿਵੇਂ ਕਲਾੜੀ ਵਿੱਚ ਦੀ ਗੰਨੇ ਪੀੜੇ ਜਾਂਦੇ ਨੇ। ਆਖੋ ਸਤਨਾਮ। ਕਿਹੜਾ ਕੋਈ ਵੇਂਦ। ਔਰ ਸਤਿਗੁਰੂ ਪਾਤਸ਼ਾਹ ਇਸ ਕਰਕੇ ਸਾਨੂੰ ਜਗਾਉਂਦੇ ਨੇ। ਵਿਚਾਰ ਕਰਦੇ ਸੀ ਗੁਰਸਿੱਖ ਪਿਆਰਿਓ, ਅਵਸਰ ਬੀਤਿਓ ਜਾਤ ਹੈ, ਸਮਾਂ ਤਾਂ ਲੰਘਦਾ ਜਾ ਰਿਹਾ, ਕਹਿਓ ਮਾਣ ਲੈ ਮੇਰੋ। ਮਾਰੇ ਕਹਿੰਦੇ ਮੰਨ ਗੁਰੂ ਦੀ ਗੱਲ। ਸੰਪਤ ਰਸ ਧਨ ਰਾਜ ਸਿਉ ਅਤ ਨੇਹੋ ਲਗਾਇਓ, ਪਾਪ ਕਰਤ ਸੁਖ ਚੋ ਨਹੀਂ, ਨਹੀਂ ਗਰਭ ਨਿਵਾਰਿਓ। ਸਤਿਗੁਰੂ ਕਹਿੰਦੇ ਸੰਸਾਰ ਨਾਲ ਚਿੱਤ ਲਾ ਲਿਆ, ਸੰਪਤ ਰਸ ਧਨ ਰਾਜ ਸਿਉ। ਧਨ ਘਰ ਬਾਰ ਪਰਿਵਾਰ ਐਂ ਕਹਿ ਲਈਏ, ਇਹਨਾਂ ਨਾਲ ਪਿਆਰ ਪੈ ਗਿਆ, ਅਗਿਆਨਤਾ ਬਸ ਇਹਨਾਂ ਨੂੰ ਸੱਚ ਮੰਨ ਕੇ ਬਹਿ ਗਿਆ। ਤੇ ਮੈਂ ਪਹਿਲਾਂ ਬੇਨਤੀ ਕਰ ਹੀ ਦਿੱਤੀ ਹੈ ਕਿ ਪਾਪ ਕਰਤ ਸੁਖ ਚਿਉ ਨਹੀਂ, ਨਹਿ ਗਰਭ ਨਿਵਾਰਿਓ। ਨਾ ਹੀ ਤੇ ਆਪਣਾ ਹੰਕਾਰ ਤਿਆਗਿਆ ਤੇ ਨਾ ਹੀ ਸਤਿਗੁਰੂ ਕਹਿੰਦੇ ਇਹਨੇ ਪਾਪ ਕਰਦਿਆਂ ਸੰਕੋਚ ਕੀਤਾ। ਕਿਹੜਾ ਕੋਈ ਵੇਂਹਦਾ। ਨਿਡਰ ਹੋ ਕੇ ਜ਼ਿੰਦਗੀ ਜਿਉਂਦਾ ਰਿਹਾ, ਕਦੇ ਨਹੀਂ ਇਹ ਸੋਚਿਆ ਕਿ ਇਹ ਜ਼ਿੰਦਗੀ ਜੀਵਨ ਮਿਲਿਆ ਮੈਨੂੰ ਕਿਉਂ ਆ ਮਨੁੱਖ ਨੇ। ਜਿੱਦਣ ਇਹ ਗੱਲ ਸਮਝ ਆ ਗਈ ਕਿ ਮੈਨੂੰ ਜੀਵਨ ਕਿਉਂ ਮਿਲਿਆ, ਫਿਰ ਇਹਦੀ ਜ਼ਿੰਦਗੀ ਦੇ ਵਿੱਚ ਭਲਾ ਹੀ ਭਲਾ ਹੁੰਦਾ ਹੈ। ਆਖੋ ਸਤਨਾਮ। ਫਿਰ ਇਹ ਭਲਾ ਹੀ ਭਲਾ ਕਹਿੰਦਾ ਹੈ, ਭਲਾ ਹੀ ਭਲਾ ਕਰਦਾ ਹੈ। ਬੁਰਾ ਨਹੀਂ ਕਿਸੇ ਨੂੰ ਕਹਿੰਦਾ, ਬੁਰਾ ਨਹੀਂ ਕਿਸੇ ਦਾ ਕਰਦਾ, ਮਾੜਾ ਨਹੀਂ ਕਿਸੇ ਦਾ ਚਿਤਵਦਾ, ਮਾੜਾ ਨਹੀਂ ਸੋਚਦਾ, ਕਿਉਂਕਿ ਪਤਾ ਹੈ ਇਹ ਜ਼ਿੰਦਗੀ ਕਿੰਨਾ ਕੁ ਚਿਰ ਹੈ, ਕਿੰਨਾ ਕੁ ਚਿਰ ਹੈ ਇਹ ਸਰੀਰ। ਅੱਜ ਪਾਪ ਕਮਾਵਾਂਗੇ, ਅੱਜ ਮਾੜੇ ਕਰਮ ਕਰ ਲਾਂਗੇ, ਕੱਲ੍ਹ ਨੂੰ ਲੇਖਾ ਬਣ ਜਾਣਾ ਹੈ। ਕਰਮ ਦਾ ਲੇਖਾ ਬਣ ਜਾਏਗਾ, ਫਿਰ ਦੇਣਾ ਤੇ ਆਪਾਂ ਨੂੰ ਹੀ ਪੈਣਾ। ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਝੋਂ ਤਰੈ ਨਾ ਕੋਈ। ਖਹਿੜਾ ਛੁੱਟਣਾ ਨਹੀਂ, ਖਹਿੜਾ ਨਹੀਂ ਛੁੱਟਣ ਵਾਲਾ ਸਤਿਗੁਰੂ ਕਹਿੰਦੇ। ਇਸ ਕਰਕੇ ਲੇਖਾ ਤੇ ਦੇਣਾ ਪੈਣਾ। ਕਰਮੀ ਆਪੋ ਆਪਣੀ ਕੇ ਨੇੜੇ, ਪਰ ਜਿੰਨਾ ਚਿਰ ਅਗਿਆਨਤਾ ਉਹਨਾਂ ਚਿਰ ਕੁਛ ਵੀ ਨਹੀਂ ਮੰਨਦਾ। ਅਗਿਆਨਤਾ ਵਾਸਤੇ ਪਾਪ ਕਮਾਉਂਦਾ ਰਹਿੰਦਾ। ਜਦੋਂ ਜਾਗ ਆਉਂਦੀ ਹੈ, ਗੁਰੂ ਜਗਾਉਂਦਾ, ਕਿਤੇ ਮਿਲ ਜਾਂਦਾ ਕੋਈ ਰੱਬ ਦਾ ਪਿਆਰਾ, ਕੋਈ ਜੋੜਨ ਵਾਲਾ ਮਿਲ ਜਾਂਦਾ ਹੈ। ਜਦੋਂ ਜੋੜਨ ਵਾਲਾ ਮਿਲਦਾ ਤੇ ਫਿਰ ਇਹ ਰਾਹ ਪੈ ਜਾਂਦਾ ਗੁਰੂ ਦੇ। ਫਿਰ ਪਿਛਲੇ ਕਰਮਾਂ ਤੋਂ ਤੋਬਾ ਕਰਦਾ, ਪਛਤਾਵਾ ਕਰਦਾ ਉਹਨਾਂ ਕਰਮਾਂ ਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਪਾਪ ਕਰਤ ਸੁਖ ਚਿਉ ਨਹੀਂ, ਨਹਿ ਗਰਭ ਨਿਵਾਰਿਓ। ਯਾਦ ਰੱਖੀ
ਇਹ ਲੇਖਾ ਬਣ ਜਾਣਾ ਤੇ ਫਿਰ ਲੇਖਾ ਤੈਨੂੰ ਦੇਣਾ ਪੈਣਾ ਹੈ। ਇੱਕ ਦਿਨ ਆਏਗਾ ਬਾਬਾ ਕਬੀਰ ਸਾਹਿਬ ਕਹਿੰਦੇ ਉਸ ਰੱਬ ਦੀ ਦਰਗਾਹ ਵਿੱਚ ਸਭ ਕੁਝ ਪ੍ਰਗਟ ਹੋ ਜਾਣਾ ਹੈ। ਫਿਰ ਪੁੱਛਣਾ ਧਰਮ ਰਾਜੇ ਨੇ ਪ੍ਰਗਟ ਭਏ ਨਿਧਾਨ ਸਭ, ਜਬ ਪੁੱਛੈ ਧਰਮ ਰਾਏ। ਪ੍ਰਗਟ ਹੋ ਜਾਣੇ ਜਿਹੜੇ ਲੋਕ ਲੋਕ ਪਾਪ ਕਮਾਉਣਾ, 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 ਪ੍ਰਗਟ ਹੋ ਜਾਣੇ ਪ੍ਰਗਟ ਹੋ ਜਾਣੇ ਨੇ ਜਿਹੜੇ ਲੋਕ ਲੋਕ ਪਾਪ ਕਮਾਉਣਾ, ਪ੍ਰਗਟ ਹੋ ਜਾਣੇ ਨੇ ਜਿਹੜੇ ਲੋਕ ਲੋਕ ਪਾਪ ਕਮਾਉਣਾ, ਪ੍ਰਗਟ ਉਹ ਪ੍ਰਗਟ ਹੋ ਜਾਣੇ ਨੇ। ਲੋਕ ਲੋਕ ਪਾਪ ਕਮਾਉਣਾ ਜਿਹੜੇ ਲੋਕ ਲੋਕ ਪਾਪ ਕਮਾਉਣਾ, ਲੋਕ ਲੋਕ ਪਾਪ ਕਮਾਉਣਾ ਜਿਹੜੇ ਲੋਕ ਲੋਕ ਪਾਪ ਕਮਾਉਣਾ, ਹਾਂ ਬਈ ਲੋਕ ਲੋਕ ਪਾਪ ਕਮਾਉਣਾ ਜਿਹੜੇ ਪਾਪ ਕਮਾਉਣਾ, ਜਿਹੜੇ ਲੋਕ ਲੋਕ ਪਾਪ ਕਮਾਉਣਾ, ਲੋਕ ਲੋਕ ਪਾਪ ਕਮਾਉਣਾ ਜਿਹੜੇ ਲੋਕ ਲੋਕ ਪਾਪ ਕਮਾਉਣਾ, ਪ੍ਰਗਟ ਹੋ ਜਾਣੇ ਨੇ ਜਿਹੜੇ ਲੋਕ ਲੋਕ ਪਾਪ ਕਮਾਉਣਾ, ਪ੍ਰਗਟ ਹੋ ਜਾਣੇ ਨੇ ਜਿਹੜੇ ਲੋਕ ਲੋਕ ਪਾਪ ਕਮਾਉਣਾ, ਜਿਹੜੇ ਲੋਕ ਲੋਕ ਪਾਪ ਕਮਾਉਣਾ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਜਿਹੜੇ ਲੁਕ ਲੁਕ ਕੇ ਕਰਮ ਕਮਾਉਣਾ ਨਾ, ਇੱਕ ਦਿਨ ਪ੍ਰਗਟ ਭਏ ਨਿਧਾਨ ਸਭ, ਜਬ ਪੁੱਛੈ ਲੇਖਾ ਹੈ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਲੋਂ ਸਿੱਖਾਂ ਦੀ ਡਿਊਟੀ ਲਾਈ ਗਈ, ਪ੍ਰਚਾਰ ਪ੍ਰਸਾਰ ਦੀ ਨਗਰਾਂ ਦੇ ਵਿੱਚੋਂ ਸੰਗਤ ਤੋਂ ਸੇਵਾ ਲੈ ਕੇ ਆਇਆ ਕਰਦੇ ਸਨ ਗੁਰਸਿੱਖ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਥਿਆਂ ਦੀ ਸੇਵਾ ਲਾਈ। ਇੱਕ ਜਥਾ ਇਉਂ ਸੇਵਾ ਦੇ ਵਿੱਚ
एक नगर के बाहर जाके अपना तंबू ला दिता उन्होंने गुरसिखा ने, आसन जमा लिया अपना ते बैठे गुरु के प्यारे, गुरु के प्यार दियाँ, गुरु के नाम दियाँ बाणी दियाँ गल्लां करदे न। देखो कुदरती गल आ कि बंदा जहो जा कोई कम करदा ओहो जी गल करदा बह के। चार किसान बैठे आ, जमींदार बैठे आ, वो किसानी दियाँ फसल दियाँ जमीनां दे भाऽ दियाँ ठेके दे मुੱਲ दियाँ गल्लां करदे ने। की भाऽ ठेका, कढ़ाई की भाऽ, पानी किवें लग्या, की रेट आ फलाने थां जमीन दा, की रेट निकल रहा है, की फसल दा किता है जी उन्हां दा। जे चार चोर बैठे होण ते वो चोरी दी विਉਂਤ बनाउंदे ने, जे चार साध बैठे तो वो नाम जपदे ने। आखो सतनाम। जहो जे लोग हुंदे ने ओहो जी विचार करदे ने बह के। हुण गुरु के प्यारे ने, गुरु के सिख ने, गुरमुखो धन गुरु अर्जन देव साहब सच्चे पातशाह तो नाम की गुड़ती मिली है। जुड़े हुए ने सेवा सिमरन दे विच जीवन बतीत करते ने, विचारा कर रहे ने। सच्चे पातशाह ने बड़ी मेहर की है। आ जीवन महाराज ने अपनी सेवा विच लाया, गुरु घर की सेवा च लगे हुए आ, सेवा विच लग्या जीवन सफल हो रहा है। जिंदगी ने तो गुरमुखों लंघ जाना हुंदा, काम काज करदियां खांदियां पींदियां नशियां विशियां वकारां विच भी जीवन तो बतीत हो जाना है। पर गल है भी इनू सफला किवें करना है। सतगुरु इनू सफला करन दी जुगती दसदे न। महाराज अपने सिख दा जीवन सफला करदे न। नाल दे पैंदे पिंड विचों एक सारी जिंदगी वपार दे विच लंघाउण वाला, जिसका नाम इतिहास ने समुंदा दस्सिआ। ये समुंदा व्यापारी सी, सारी जिंदगी व्यापार किया। हुण जदों पता नहीं हुंदा, मैं पहला भी बेनती की है, फिर यह नाम नहीं जपदा हुंदा कोई भी है। जदों लग जाता पता फिर ये समा लंघण नहीं दिंदा, कहंदा भी हुण जाग आ गई है, हुण नहीं, ये जिहड़ा लंघ गया इस रहिंदा समा मैं व्यर्थ नहीं जाण देना। ताइयां तो सतगुरु इहनूं कहंदे ने जाग ले हो रे मना जाग लिओ कहाँ गाफल सोया। क्यों गाफल कमलिया वांग झल्लिया वांग सुता पिया है, मना तू जाग। शरीर करके तो जिद्दण दा चीका मारदा फिरदा उदन दा रौली पाउंदा फिरदा है, ते जिहड़ा मन आ गुरु वाले पक्ष तो सुता उहनूं भी जगा लै। कहाँ गाफल सोया जो तन उपजया संग ही सो भी संग ना होया। इन्हें भी तेरा साथ नहीं देना। तो साध संगत सोचदा की है, सवा हुंदा बंदे दा ना, ये कौन लोग आ जिहड़े बैठे आ। वेखीए तो सरी जाके वेखदा कोई बंदे ते बाहर दी लगदे, कोल बह गया। सुनिए तो सरी किते पिंड च डाका मारन चोरी करन तां नहीं कोई आए, गल्लां सुनन बैठा। ऐसा मन खुभ गया उन्हां गल्लां दे विच, गल्लां किसी दुनियादारी दियां नहीं गुरमुखो। वो गल्लां किसी इंसान दियां नहीं, किसी दी दुनियादारी दी गल नहीं हो रही। कोई निंदिया नहीं, कोई चुगली नहीं, कोई किसी दी बंदे दी वडियाई नहीं, बल्कि उस रब दे नाम दी वडियाई दी गल हो रही है, नाम दी गल हो रही है। जीवन नूं सफला किवें करना गल हो रही है। सुनदियां सुनदियां उन्हां विचारां दे विच खुभ गया। इउं समझो कि जिवें कोई बंदा नवीं जी गल सुन के एक वगास जे विच चलिया जांदा ना, खेड़े जे दे विच, ते इउं जे लगदा हुंदा भी कुछ मिल जे तां मैं सुपना तां नहीं देख रहा। इउं महसूस हुंदा भी ये तां अज तक किते सुनी नहीं गल। वाधे घाटे होर बड़ा कुछ सुनिया। भाई गुरदास जी भी कहंदे बंदे दा सुभाਅ है, सारी जिंदगी इहदे कन्न जड़े चुगलियां, मूँह इहदा निंदिया कर के रसना, अखां इहदियां देख के संसार नूं जीव स्वादां दे नाल रजदी नहीं। इउं सतगुरु कहंदे कूड़ दे भरोसे जिंदगी जिउंदा रजदा नहीं। अखीं देख ना रजियां बहु रंग तमाशे, उस्तत निंदा कन्न सुन रोवण ते हासे।
बेशक अपने सुभाव के मुताबिक सुन गया, देखिए सरी की गल्लां करते ने, सुन लीए। पर यह नहीं सी पता ये सतगुर दे अनियाले तीरां ने मन नूं बिन्न के रख देना। आखो सतनाम। कबीर साहब कहते जदों गुरु ने मेरे तीर मारिया ना, शब्द दा मत्था मारी नूं टेको भाई, उत्थे टेको मत्था, इत्थे ना। जदों गुरु ने मैनू शब्द दा तीर मारिया ना, कहते कबीर सतगुर सूरमे बाह्या बाण जो एक, कहते जदों गुरु ने बाह्या बाण जो सिन के मारिया ना, एक निशाना शब्द दे तीर दा, कहते लागत ही पोए गिर परया परा करेजे। हिरदा बिन के रखता गुरु दे अनियाले बचन ने, उस तीर ने शब्द दे। ये गुरु दे बचनां विच ताकत हुंदी है। गुरु दे प्यारियां दे बचनां विच ताकत क्यों हुंदी है? क्योंकि जिन्हां ने गुरु दे बचनां नूं कमाया हुंदा, वो बचन गुरु दे ही हुंदे आ। फिर जदों गुरु दे बचन कोई प्यारा भी सुना दे ते वो गुरु दे बचन, वो प्यारे दे बचन, गुरु दे बचन प्यारे दे राही आए, वो गुरु दे बचन भी मन नूं बिन दिंदे ने। आखो सतनाम। बचन किहदे ने? फिर गुरु दे। गुरु दे बचन विच ताकत है, साडे बचन विच कुछ नहीं हुंदा। तो साध संगत हुण सुभाअ ते बणिया सी सुणन दा, निंदिया नुंदिया होर इधर उधर दीयां गल्लां, पर सुणन नूं मिल गई अज रब दी गल, जिहड़ी सुणदा नहीं इह सारी जिंदगी लंघ जाती है। अखी देख न रजिया बहु रंग तमाशे, उस्तत निंदिया करन सुन। अखी देख न रजिया बहु रंग तमाशे, उस्तत निंदिया कन सुन। उस्तत निंदिया कन सुन, रोवण ते हासे साधी जीव न रजिया। साधी जीव न रजिया कर भोग बिलासे, नक न रजिया वासलै। नक न रजिया वासलै दुर्गंध सवासे, रज ना कोई जीविया। रज ना कोई जीविया कूड़े परवासे, अखी देखना रजिया
मुरीदा पिरहड़े सच्ची रह रासे। भाई गुरदास जी कहते सारी जिंदगी अखां दुनिया नूं वेख वेख रजदियां नहीं, नक सुगंधियां वाशनावां नाल नहीं रजदा गुरमुखो। ਕੰਨ ਉਸਤਤ ਨਿੰਦਿਆ, ਲੋਕਾਂ ਦੀ ਨਿੰਦਿਆ ਆਪਣੀ ਉਸਤਤ ਸੁਣ ਕੇ ਖੁਸ਼ ਹੁੰਦੇ, ਰੱਜਦੇ ਨਹੀਂ। ਸਵਾਦਾਂ ਨਾਲ ਜੀਵ ਨਹੀਂ ਰੱਜਦੀ ਸਾਰੀ ਜ਼ਿੰਦਗੀ। ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬਲਾਸੇ, ਕਹਿੰਦੇ ਰੱਜ ਨਾ ਕੋਈ ਜੀਵਿਆ। ਅਸਲ ਵਿੱਚ ਬੰਦਾ ਜਿਉਂ ਕੇ ਵੀ ਰੱਜਦਾ ਨਹੀਂ। ਹੋਰ ਕੁਝ ਦੇਖਣਾ ਚਾਹੁੰਦਾ ਮੈਂ, ਹੋਰ ਵੇਖ ਜੀਏ ਕੁਛ ਹਜੇ ਤਾਂ ਬੜਾ ਕੁਝ ਖਾਣਾ ਹੈ, ਪੀਣਾ ਹੈ, ਬੜਾ ਕੁਝ ਕਰਨਾ ਹੈ, ਹਜੇ ਪਤਾ ਨਹੀਂ ਕੀ ਕਰਨਾ ਹੁੰਦਾ ਇਹਨੇ। ਪਰ ਸਤਿਗੁਰੂ ਕਹਿੰਦੇ ਜ਼ਿੰਦਗੀ ਸੀਮਤ ਜਿਹੀ ਹੈ, ਇਸ ਕਰਕੇ ਇਸ ਨੂੰ ਨਾਮ ਨਾਲ ਜੁੜ ਕੇ ਸਫਲੀ ਕਰ। ਹੁਣ ਸਾਧ ਸੰਗਤ ਸੁਭਾਅ ਦੇ ਮੁਤਾਬਕ ਚੱਲਿਆ ਤੇ ਗਿਆ, ਤੇ ਗੁਰਮੁਖ ਬਚਨ ਕਰ ਰਹੇ ਨੇ ਕਬੀਰ, ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹਿ ਮਿਲਿਓ ਤਿਨ ਲੀਆ ਅੰਚਲ ਲਾਏ। ਜਮਾਂ ਦੀ ਮਾਰ ਬੜੀ ਭੈੜੀ ਹੁੰਦੀ ਹੈ, ਝੱਲੀ ਨਹੀਂ ਸੀ ਜਾਣੀ। ਕਬੀਰ ਜੀ ਮਹਾਰਾਜ ਕਹਿੰਦੇ ਨੇ, ਗੁਰਸਿੱਖ ਕਹਿੰਦੇ ਜੇ ਗੁਰੂ ਲੜ ਨਾ ਲਾਉਂਦਾ ਆਪਾਂ ਨੂੰ ਆਪਣੇ, ਸ਼ਾਇਦ ਆਪਣੀ ਹਾਲਤ ਵੀ ਇੱਦਾਂ ਦੀ ਹੋਣੀ ਸੀ। ਇਹ ਗੱਲਾਂ ਸੁਣਦਿਆਂ ਸੁਣਦਿਆਂ ਸਾਧ ਸੰਗਤ ਅਖੀਰ ਸ਼ਾਮ ਪੈ ਗਈ। ਕੁਝ ਸਮਾਂ ਬੈਠਿਆ, ਸੁਣਿਆ, ਘਰ ਆ ਗਿਆ। ਚਿਤਵਣੀ ਵਿੱਚ ਚਿਤਵਦਾ ਅੰਦਰ ਚਿੰਤਾ ਲੱਗ ਗਈ ਕਿ ਜਿਹੜੀਆਂ ਗੱਲਾਂ ਕਿਸੇ ਹੋਰ ਦੇਸ਼ ਦੀਆਂ ਕਰਦੇ ਨੇ, ਕਿਸੇ ਹੋਰ ਮੰਡਲ ਦੀਆਂ ਕਰਦੇ ਨੇ, ਅਜੇ ਤੱਕ ਨਹੀਂ ਸੁਣੀਆਂ। ਲੇਕਿਨ ਇਹ ਗੱਲਾਂ ਕੁਝ ਵੱਖਰੀਆਂ ਸਨ ਇਸ ਜੀਵਨ ਨਾਲੋਂ। ਇਹ ਕੋਈ ਹੋਰ ਜੀਵਨ ਦੀਆਂ ਗੱਲਾਂ ਨੇ। ਆਹ ਸੰਸਾਰਿਕ ਜੀਵਨ ਤਾਂ ਇਹਦੇ ਨਾਲ ਮੇਲ ਨਹੀਂ ਖਾਂਦਾ ਜੇ ਬਿਲਕੁਲ ਵੀ। ਸੋਚਦਿਆਂ ਸੋਚਦਿਆਂ ਸਾਧ ਸੰਗਤ ਘਰ ਗਿਆ, ਪੈ ਗਿਆ ਜਾ ਕੇ। ਹੁਣ ਸੋਚੀ ਜਾਂਦਾ। ਕਈ ਗੱਲਾਂ ਹੁੰਦੀਆਂ ਨਾ ਸਾਡੇ ਘਰ ਕਰ ਜਾਂਦੀਆਂ ਨੇ ਵੀ ਇਹ ਕਿਵੇਂ ਹੋਇਆ, ਤੇ ਬੰਦਾ ਚਿੰਤਾ ਦੇ ਵਿੱਚ ਚਲਿਆ ਜਾਂਦਾ, ਸੋਚਣ ਲੱਗ ਜਾਂਦਾ, ਉਸ ਗੱਲ ਦੀ ਚਿੰਤਾ ਹੋ ਜਾਂਦੀ ਇਹਦੇ ਅੰਦਰ। ਹੁਣ ਵਪਾਰੀ ਸੀ, ਕਈ ਵਾਰ ਘਾਟਾ ਘੂਟਾ ਪੈ ਜਾਂਦਾ, ਪ੍ਰਸ਼ਾਦਾ ਹੀ ਨਹੀਂ ਛਕਦਾ। ਘਰ ਵਾਲੀ ਕਹਿੰਦੀ ਪ੍ਰਸ਼ਾਦਾ ਛਕ ਲਓ, ਕਹਿਣ ਲੱਗਿਆ ਅੱਜ ਨਹੀਂ ਛਕਣਾ, ਭੁੱਖ ਨਹੀਂ। ਕਹਿੰਦੀ ਚਲੋ ਘਾਟਾ ਪੈ ਗਿਆ ਹੋਣਾ ਕਿਸੇ ਪਾਸਿਓਂ। ਪਰ ਇਹ ਨਹੀਂ ਸੀ ਪਤਾ ਕਿ ਘਾਟਾ ਤੇ ਬਹੁਤ ਜ਼ਿਆਦਾ ਪੈ ਚੁੱਕਿਆ ਹੁਣ ਤੱਕ। ਬੜਾ ਘਾਟਾ ਪੈ ਗਿਆ। 100 ਉਲਾਮੇ ਦਿਨੈ ਕੇ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਕੁਰੰਗੀ ਲੱਗਾ। ਤ੍ਰਿਗ ਤਿੰਨਾਂ ਦਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਕੀ ਜਿਉਣਾ ਹੈ? ਘਾਟਾ ਤੇ ਬੜਾ ਪੈ ਚੁੱਕਿਆ ਸੀ, ਹੁਣ ਪਤਾ ਲੱਗ ਗਿਆ। ਕਹਿੰਦੇ ਉਹ ਸੋਚਦਾ ਸੋਚਦਾ ਹੀ ਸੌਂ ਗਿਆ। ਜਦੋਂ ਸੌਂ ਗਿਆ ਤੇ ਇਤਿਹਾਸ ਕਹਿੰਦਾ ਸੁਪਨਾ ਆਇਆ, ਸੁਪਨੇ ਵਿੱਚ ਬਿਮਾਰ ਹੋ ਗਿਆ, ਰੋਗ ਲੱਗ ਗਿਆ ਕੋਈ। ਕਈ ਰੋਗ ਇਹੋ ਜਿਹੇ ਹੁੰਦੇ ਨੇ ਜਿਹੜੇ ਇਲਾਜ ਕਰਵਾਈ ਜਾਂਦੇ ਆ, ਰੋਗ ਨਹੀਂ ਠੀਕ ਹੁੰਦਾਗਾ, ਰੋਗ ਵੱਧਦਾ ਜਾਂਦਾ। ਜਾਂ ਐਂ ਕਹਿ ਲਓ ਕਿ ਕਈ ਰੋਗੀ ਇਲਾਜ ਹੋ ਜਾਂਦੇ ਨੇ ਕਿਸੇ ਰੋਗ ਤੋਂ। ਕੋਈ ਭੈੜਾ ਰੋਗ ਲੱਗ ਜਾਏ, ਘਰ ਦੇ ਦਵਾਈ ਬੂਟੀ ਕਰਾਉਂਦੇ ਨੇ, ਦਵਾਈਆਂ ਲੈਂਦੇ ਨੇ ਹਕੀਮਾਂ ਤੋਂ, ਵੈਦਾਂ ਤੋਂ। ਅਖੀਰ ਸਰੀਰ ਸੁੱਕ ਕੇ ਹੱਡੀਆਂ ਦੀ ਮੁੱਠ ਹੋ ਗਿਆ। ਅੱਜ ਸਮਾਂ ਆ ਗਿਆ। ਉਹ ਸਤਿਗੁਰੂ ਕਹਿੰਦੇ ਜਿਹੜਾ ਵਕਤ ਅਖੀਰ ਸਭ ਤੇ ਆਉਣਾ ਹੈ, ਜਿਸ ਵਕਤ ਅਖੀਰ ਤੋਂ ਜਿਨ੍ਹਾਂ ਨੇ ਯਤਨ ਵੀ ਕੀਤੇ ਬਚਣ ਦੇ, ਉਹ ਵੀ ਨਹੀਂ ਬਚ ਸਕੇ, ਤੇ ਨਾ ਹੀ ਅੱਜ ਤੱਕ ਕੋਈ ਬਚ ਸਕਿਆ। ਕਿਉਂਕਿ ਮੌਤ ਇੱਕ ਅਟਲ ਸੱਚਾਈ ਹੈ। ਜਦੋਂ ਮੌਤ ਆ ਗਈ ਤੇ ਗੁਰਮੁਖੋ ਫਿਰ ਵਸ ਕੋਈ ਨਹੀਂ, ਜ਼ੋਰ ਕੋਈ ਨਹੀਂ ਕਿਸੇ ਦਾ ਚੱਲਦਾ। ਇੱਥੇ ਬੜੀ ਬਲਵਾਨ ਹੈ, ਬੜਾ ਜ਼ੋਰ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਕਿੱਡਾ ਹੀ ਕੋਈ ਧਨਾੜ ਹੋਵੇ ਤੇ ਕਿੰਨਾ ਹੀ ਕੋਈ ਗਰੀਬ ਹੋਵੇ, ਲਿਹਾਜ਼ ਕਿਸੇ ਦੀ ਨਹੀਂ ਕਰਦੀ। ਧਨਵੰਤਾ ਔਰ ਨਿਰਧਨ ਮੰਨਈ ਤਾਂ ਕਿ ਕਛੂ ਨਾ ਕਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ ਐਸੋ ਕਾਲ ਬੜਾਨੀ ਰੇ। ਇਤਨਾ ਬਲਵਾਨ ਹੈ ਉਹ। ਐਸੋ ਕਾਲ ਬੜਾਨੀ ਰੇ, ਰਾਜਾ ਪਰਜਾ ਸਮ ਕਰ ਮਾਰੈ
राजा प्रजा सम कर मारै। ऐसो काल बुढ़ानी रे राजा प्रजा। ऐसो काल बुढ़ानी रे राजा प्रजा सम कर मारै। ऐसो काल बुढ़ानी रे राजा प्रजा सम कर मारै। ऐसो काल बुढ़ानी रे राजा प्रजा। राजा प्रजा सम कर मारै। 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 राजा प्रजा सम कर। राजा प्रजा ऐसो काल बुढ़ानी रे राजा प्रजा सम कर मारै। ऐसो काल बुढ़ानी रे राजा प्रजा सम कर मारै। राजा प्रजा सम कर मारै। ऐसो काल बुढ़ानी रे इतना बलवान है। हुण नाले ते बीमार है, नाले मौत सामने नज़र आउंदी है। गुरमुखो लाज करवाउंदियां अखीर समा आ गया कि फौजां लैण वास्ते आ गईयां। आ गए जमदूत लैण वास्ते। जदों आए आवाज़ां मारदा घर वाली नूं, परिवार नूं, बच्चिआं नूं, मैनूं लिजांदे ने। वो कहंदा भी सानूं तो दिखदा कोई नहीं। दिखदे भी नहीं हुंदे किसे नूं, क्योंकि अस्थूल शरीर दियां अस्थूल अखां अस्थूल नूं ही देख सकदियां ने। आखो सतनाम। सूक्ष्म नूं सूक्ष्म देखदा है। जे सूक्ष्म चीज़ नूं देखना ना जिहड़ी इन्हां अखां नाल नज़र नहीं आउंदी, तां फिर सूक्ष्म नूं देखण वाला कोई इहो जिहा लैंस वगैरह, कोई शीशा, कोई कैमरा लेना पएगा तां दिख जांदा है। दही च फिरदे कीड़े नहीं दिखदे ना, कैमरे नाल दिख जांदे दही, वो कीड़े वेखण वाले दा। सूक्ष्म नूं सूक्ष्म चीज़ देख सकदी है। कहो कबीर तब ही नर जागै जम का डंड। हुण आ थोड़े देखणियां दुनिया वेखण वालियां अखां। आखो सतनाम। असीं तां आ वेखदे हां तां सानूं आही गल करनी है। जे गल गांह दी करनी है तो सतगुरु कहंदे फिर थोड़ा जिहा गांह होना पऊगा। आखो सतनाम। विचार करनी पवेगी। फिर कहंदे परिवार दे हत्थां विच नबजां फड़ियां रह गईयां ते लै के कढ के शरीर दे विचों। कपड़ रूप सुहावना छड्ड दुनिया अंदर। मंदा चंगा अपना आपे ही कीता। बीज ला जिन्ने बीजी दे सतगुर कहंदे तैनूं वड्ढणे पैणगे। हुण चंगे कोई बीज लै नाम दी क्यारी, क्यों पापां वाले खेत बीज ले। रब दे नाम नूं जपिया कर।
ਨੰਗਾ ਦੋਚਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰਿਆ ਉਗਣ ਪਛੋਤਾਵਣਾ। ਸੁਪਨੇ ਦੇ ਵਿੱਚ ਦੇਖਦਾ ਮੌਤ ਹੋ ਗਈ, ਲੈ ਕੇ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ ਸਮੁੰਦੇ ਨੂੰ। ਜਦੋਂ ਪੇਸ਼ ਕੀਤਾ, ਸਭਨਾ ਕਾ ਦਰ ਲੇਖਾ ਹੋਏ। ਅਸੀਂ ਨਹੀਂ ਕੋਲੋਂ ਕੁਝ ਵੀ ਕਹਿੰਦੇ, ਬਾਣੀ ਕਹਿੰਦੀ ਹੈ ਸਭ ਦਾ ਲੇਖਾ ਹੋਣਾ ਰੱਬ ਦੇ ਦਰ ਤੇ, ਕੋਈ ਨਹੀਂ ਬਚਣਾ। ਕਿੱਡਾ ਹੀ ਆਪਣੇ ਆਪ ਨੂੰ ਕੋਈ ਕਹਾਉਂਦਾ ਹੋਵੇ, ਸਤਿਗੁਰੂ ਕਹਿੰਦੇ ਨਾ, ਹੁਕਮ ਸਭ ਲਈ ਇੱਕੋ ਹੀ ਹੈ। ਕਰਨੀ ਬਾਝੋਂ ਤਰੈ ਨਾ ਕੋਏ, ਕਰਨੀ ਤੋਂ ਬਿਨਾਂ ਤਰਿਆ ਨਹੀਂ ਜਾਣਾ, ਕਿਉਂਕਿ ਰੱਬ ਦੇ ਘਰ ਵਿੱਚ ਕਰਨੀ ਨੂੰ ਪ੍ਰਧਾਨ ਕਿਹਾ ਗੁਰਮੁਖੋ। ਆਓ ਫਿਰ ਕਹਿੰਦੇ ਜਦੋਂ ਦੇਖਿਆ ਕਿ ਲੇਖਾ ਸਾਰੀ ਜ਼ਿੰਦਗੀ ਮਨ ਮਰਜ਼ੀਆਂ ਕੀਤੀਆਂ ਨੇ, ਪਾਪ ਕਮਾਏ ਨੇ, ਠੱਗੀਆਂ, ਫਰੇਬ, ਵਲ ਛਲ, ਚਲਾਕੀਆਂ ਲੋਕਾਂ ਦੇ ਨਾਲ, ਨਾ ਕਿਤੇ ਸੇਵਾ ਨਾ ਸਿਮਰਨ ਕੋਈ ਬਾਣੀ, ਇਉਂ ਹੀ ਜੀਵਨ ਲੰਘ ਗਿਆ। ਧਰਮਰਾਜ ਕਹਿਣ ਲੱਗਿਆ, ਇਸ ਨੂੰ ਇਉਂ ਕਰੋ, ਇਸ ਨੂੰ ਅਗਨੀ ਨਰਕ ਵਿੱਚ ਪਾ ਦਿਓ, ਇਹਦੀ ਸਜ਼ਾ ਹੈ। ਉਹਨਾਂ ਨੇ ਹੁਕਮ ਮੰਨਣਾ ਸੀ, ਜਮਦੂਤ ਪਕੜ ਕੇ ਲੈ ਗਏ ਇਹਦੇ, ਜਾ ਕੇ ਅਗਨੀ ਨਰਕ ਕੋਲ ਕਹਿੰਦੇ ਵੀ ਆਹ ਤੈਨੂੰ ਸਜ਼ਾ ਮਿਲੀ ਆ, ਤੈਨੂੰ ਇਹਦੇ ਵਿੱਚ ਜਾਣਾ ਪਏਗਾ। ਹੁਣ ਕੌਣ ਆ ਜਿਹੜਾ ਅੱਗ ਵਿੱਚ ਹੱਥ ਪਾ ਲੇ? ਕੌਣ ਆ ਜਿਹੜਾ ਅੱਗ 'ਚ ਵੜ ਜੂ? ਰੌਲਾ ਪਾਉਂਦਾ, ਕਹਿੰਦਾ ਨਹੀਂ, ਹੁਕਮ ਹੈ। ਉਹਨਾਂ ਨੇ ਫੜੀਆਂ ਲੱਤਾਂ ਬਾਹਾਂ ਵਗਾ ਕੇ ਜਦੋਂ ਅੱਗ ਵਿੱਚ ਸੁੱਟਿਆ, ਇਹਦੀ ਜਾਗ ਖੁੱਲ ਗਈ। ਚੀਕਾਂ ਮਾਰੀਆਂ, ਜਾਗ ਖੁੱਲ ਗਈ। ਸਮੁੰਦੇ ਦੀ ਜਾਗ ਖੁੱਲੀ ਤੇ ਆਪਣੇ ਘਰ ਵਿੱਚ ਆ ਮੈਂ ਉੱਠਿਆ। ਅੱਧੀ ਰਾਤ ਨੂੰ ਅੰਮ੍ਰਿਤ ਵੇਲਾ ਹੋਇਆ ਪਿਆ। ਸਵੇਰ ਦੇ ਗੁਰਮੁਖੋ ਅੰਮ੍ਰਿਤ ਵੇਲੇ ਦਾ ਟਾਈਮ ਹੋ ਗਿਆ। ਦੁਨੀਆ ਵਾਸਤੇ ਤਾਂ ਅੱਧੀ ਕੁ ਰਾਤ ਹੁੰਦੀ ਆ, 2-3 ਵਜੇ ਜਾਂ ਸੌਣ ਦਾ ਟਾਈਮ ਹੁੰਦਾ, ਪਰ ਰੱਬ ਦੇ ਪਿਆਰਿਆਂ ਦਾ ਉਦੋਂ ਅੰਮ੍ਰਿਤ ਵੇਲਾ ਹੁੰਦਾ ਹੈ। ਭਿੰਨੀ ਰਹਿਣ ਲਈਏ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ, ਰਾਮ ਪਿਆਰੇ ਸਦਾ ਜਾਗੈ, ਨਾਮ ਸਿਮਰੈ ਅਣਦਿਨੋ, ਚਰਨ ਕਮਲ ਧਿਆਨ ਹਿਰਦੈ ਪ੍ਰਭ ਵਿਸਰ ਨਾਹੀ ਇੱਕ ਖਿਣੋ। ਐਵੇਂ ਨਹੀਂ ਸਤਿਗੁਰੂ ਪਾਤਸ਼ਾਹ ਨੇ ਕਿਹਾਗਾ। ਭਿੰਨੀ ਰਹਿਣ ਤੇ ਚਮਕਦੇ ਤਾਰੇ, ਜਾਗਦੇ ਪਿਆਰੇ ਰੱਬ ਦੇ। ਆਓ ਹੁਣ ਸਮਾਂ ਨਹੀਂ, ਕਹਿੰਦੇ ਜਾ ਪਹੁੰਚਿਆ ਉੱਥੇ ਹੀ ਉਹਨਾਂ ਗੁਰਮੁਖਾਂ ਦੇ ਕੋਲ, ਜਿਨ੍ਹਾਂ ਕੋਲ ਸੁਣ ਕੇ ਆਇਆ ਸੀ ਗੁਰੂ ਦੀਆਂ ਗੱਲਾਂ। ਸਾਹ ਨਾ ਸਾਹ ਨਹੀਂ ਰਲਦਾ, ਜਾ ਕੇ ਬਹਿ ਗਿਆ। ਗੁਰਮੁਖ ਸਿਮਰਨ ਦੇ ਵਿੱਚ, ਸਮਾਧੀ ਵਿੱਚ ਲੀਨ ਨੇ। ਜਦੋਂ ਸਮਾਪਤੀ ਹੋਈ, ਚਰਨ ਪਕੜ ਕੇ ਰੋਣ ਲੱਗ ਪਿਆ। ਕਹਿਣ ਲੱਗੇ ਕੀ ਗੱਲ ਹੋ ਗਈ? ਕਹਿਣ ਲੱਗੇ ਆ ਗੁਰਮੁਖੋ, ਰੱਬ ਦੇ ਪਿਆਰਿਓ, ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ। ਗੁਰੂ ਕੇ ਸਿੱਖ ਕਹਿਣ ਲੱਗੇ ਕਿਹੜੇ ਚਰਨ ਤੇ ਕਿਹੜੀਆਂ ਗੱਲਾਂ ਕਰਦਾ? ਕਹਿਣ ਲੱਗਿਆ ਮੈਂ ਉਹੀ ਇਨਸਾਨ ਆ ਜਿਹੜਾ ਸ਼ਾਮ ਨੂੰ ਆਇਆ ਸਾਂ। ਮੈਂ ਇੱਕ ਵਪਾਰੀ ਹਾਂ, ਸਾਰੀ ਜ਼ਿੰਦਗੀ ਕੰਮ ਧੰਦੇ ਲੰਘ ਗਈ, ਰੱਬ ਦਾ ਨਾਮ ਨਹੀਂ ਜਪਿਆ, ਪਰ ਸ਼ਾਮ ਕੱਲ੍ਹ ਤੁਹਾਡੀ ਕੁਝ ਸਮੇਂ ਦੀ ਸੰਗਤ ਨੇ ਅੱਜ ਮੈਨੂੰ ਸਭ ਕੁਝ ਸੁਪਨੇ ਦੇ ਵਿੱਚ ਦਿਖ ਗਿਆ। ਮੈਂ ਨਹੀਂ ਕਹਿਣ ਚਾਹੁੰਦਾ ਕਿ ਮੇਰੀ ਰਹਿੰਦੀ ਜ਼ਿੰਦਗੀ ਬਰਬਾਦ ਹੋਵੇ, ਮੈਨੂੰ ਜੋੜੋ ਆਪਣੇ ਚਰਨਾਂ ਨਾਲ। ਉਹ ਕਹਿਣ ਲੱਗੇ ਨਹੀਂ, ਸਾਡੇ ਕੋਈ ਚਰਨ ਨਹੀਂ, ਅਸੀਂ ਆਪਣੇ ਨਾਲ ਨਹੀਂ ਜੋੜਦੇ। ਗੁਰੂ ਕੇ ਸਿੱਖ ਤਾਂ ਗੁਰੂ ਦੇ ਚਰਨਾਂ ਨਾਲ ਜੋੜਦੇ ਹੁੰਦੇ ਆ। ਆਖੋ ਸਤਿਨਾਮ। ਅਸੀਂ ਤੈਨੂੰ ਗੁਰੂ ਦੇ ਚਰਨਾਂ ਨਾਲ ਜੋੜ ਸਕਦੇ ਹਾਂ। ਜੇ ਤੇਰੀ ਐਡੀ ਭਾਵਨਾ ਹੈ, ਤੂੰ ਜੁੜਨਾ ਚਾਹੁੰਦਾ ਤਾਂ ਤੈਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਨਾਲ ਜੋੜ ਦਿੰਦੇ ਆ। ਆਖੋ ਸਤਿਨਾਮ। ਗੁਰਮੁਖੋ ਸਮੁੰਦਾ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਕੋਲ ਲੈ ਗਏ। ਜਾ ਕੇ ਨਮਸਕਾਰ ਕੀਤੀ। ਕਹਿਣ ਲੱਗਿਆ ਸੱਚੇ ਪਾਤਸ਼ਾਹ, ਬਸ ਜਿਹੜੇ ਪਿਛਲੇ ਔਗਣ ਹੋ ਗਏ, ਜਿਹੜਾ ਸਮਾਂ ਲੰਘ ਗਿਆ, ਬਖਸ਼ ਦਿਓ। ਹੁਣ ਆਪਣੇ ਚਰਨਾਂ ਨਾਲ ਜੁੜ ਕੇ ਸਿੱਖੀ ਦੀ ਦਾਤ ਬਖਸ਼ ਦਿਓ, ਕਿਰਪਾ ਕਰੋ, ਇਹ ਜੀਵਨ ਸਫਲ ਹੋ ਜਾਏ। ਤੋ ਆਓ ਗੁਰਮੁਖੋ, ਭਾਈ ਸਮੁੰਦਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਰਹਿੰਦੀ ਜ਼ਿੰਦਗੀ ਨੂੰ, ਜੀਵਨ ਨੂੰ ਸਫਲਾ ਕਰ ਗਿਆ। ਪਿਛਲੀ ਉਮਰ ਗੁਨਾਹੀ ਬੀਤੀ, ਰੱਬ ਦੀ ਭਗਤ ਨਾ ਕੀਤੀ, ਅੱਗੇ ਸਮਝ ਚੱਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਜਿਹੜੇ ਲੰਘ ਗਈ, ਅੱਗੇ ਸਮਝ ਕੇ ਸਹੀ ਚੰਗਾ ਜੀਵਨ ਜਿਉਈਏ। ਆਓ ਇਸ ਕਰਕੇ ਸਾਧ ਸੰਗ ਸਤਿਗੁਰੂ ਕਹਿੰਦੇ ਪਾਪ ਕਰ ਸੁਖਚਿਓ ਨਹੀਂ, ਨਹਿ ਗਰਭ ਨਿਵਾਰਿਓ। ਸਤਿਗੁਰੂ ਕਹਿੰਦੇ ਸਕੋਚ ਕਰਿਆ ਕਰ, ਹੰਕਾਰ ਨੂੰ ਛੱਡ, ਗੁਰੂ ਪ੍ਰੈਣ ਹੋ ਕੇ ਜੀਵਨ ਜਿਉ, ਜੀਵਨ ਸਫਲ ਹੋ ਜਾਏਗਾ।